ਉਸ ਦੇ ਵਿੱਚ ਆਪਾਂ ਇਹ ਵਿਚਾਰ ਕੀਤਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ 52 ਹੁਕਮ ਜਿਹੜੇ ਨੇ ਉਹ ਪਾਏ ਨੇ। ਔਰ ਕਿਸੇ ਸਟੇਜ ਦੇ ਉੱਤੇ ਆਪਾਂ ਇਹ ਵੀ ਵਿਚਾਰ ਕੀਤਾ ਸੀਗਾ ਕਿ ਇਹ ਜਿਹੜੇ ਗੁਰੂ ਸਾਹਿਬ ਦੇ ਹੁਕਮ ਨੇ ਇਹਨਾਂ ਦੀ ਹਿਸਟਰੀ ਕੀ ਹੈ। ਜ਼ਿਆਦਾਤਰ ਇਹ ਆਪਾਂ ਹੁਣ ਵੀ ਦੇਖਾਂਗੇ ਕਿ ਵੀ ਜ਼ਿਆਦਾਤਰ ਇਹ ਹੁਕਮ ਜਿਹੜੇ ਨੇ ਇਹਨਾਂ ਦੀ ਹਿਸਟੋਰੀਕਲੀ 2-3 ਸੋਰਸਿਸ ਮੰਨੀਆਂ ਜਾਂਦੀਆਂ ਨੇ। ਇੱਕ ਤਾਂ ਇਹ ਹੈ ਵੀ ਜਿਹੜੇ ਰਹਿਤਨਾਮੇ ਨੇ ਭਾਈ ਨੰਦ ਲਾਲ ਜੀ ਦੇ, ਭਾਈ ਦੇਸਾ ਸਿੰਘ ਜੀ ਦੇ, ਹੋਰ ਜਿਹੜੇ ਸਿੱਖ ਸਕਾਲਰਸ ਹੋਏ ਨੇ ਗੁਰੂ ਸਾਹਿਬ ਦੇ ਨਾਲ, ਜਿਹੜੇ ਉਹਨਾਂ ਦੇ ਐਂਟੋਰਾਜ ਦੇ ਵਿੱਚ ਉਹਨਾਂ ਦੇ ਨਾਲ ਚੱਲਦੇ ਸਨ, ਜੋ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਵਾਰਤਾਲਾਪ ਹੁੰਦੀ ਸੀ, ਉਹਨਾਂ ਨੂੰ ਲੈ ਕੇ ਉਹਨਾਂ ਨੇ ਇਹ ਹੁਕਮ ਰਹਿਤਨਾਮੇ ਲਿਖੇ ਸਨ, ਜਿਨ੍ਹਾਂ ਦੇ ਵਿੱਚੋਂ ਕਿ ਇਹ 52 ਹੁਕਮ ਜਿਹੜੇ ਨੇ ਕੰਪਾਈਲ ਕੀਤੇ ਗਏ ਨੇ। ਔਰ ਅੱਜ ਜਿਹੜਾ ਸਿੱਖ ਰਹਿਤਨਾਮਾ ਹੈ, ਜਿਹੜਾ ਸਿੱਖ ਕੋਡ ਆਫ ਕੰਡਕਟ ਹੈ, ਉਹ ਬੇਸਿਕਲੀ ਇਹਨਾਂ ਰਹਿਤਨਾਮਿਆਂ ਤੋਂ ਹੀ ਆਉਂਦਾ ਹੈ। ਇੱਕ ਚੀਜ਼ ਆਪਾਂ ਇਹਨਾਂ ਰਹਿਤਨਾਮਿਆਂ ਨੂੰ ਵਿਚਾਰ ਕਰਨ ਤੋਂ ਪਹਿਲੇ ਜਿਹੜੀ ਵੈਰੀ ਕੁਇਕਲੀ ਦੇਖਣ ਦੀ ਜ਼ਰੂਰਤ ਹੈ, ਉਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ। ਔਰ ਮੇਰਾ ਆਪਣਾ ਇਹ ਮੰਨਣਾ ਹੈ, ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਕਿ ਅਸੀਂ ਗੁਰੂ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਅਸੀਂ ਪੂਰੀ ਤਰ੍ਹਾਂ ਕਦੀ ਵੀ ਨਹੀਂ ਸਮਝ ਸਕਦੇ, ਪਰ ਉਸ ਦੇ ਜਿਹੜੇ ਕੁਝ ਪੱਖ ਨੇ ਉਹਨਾਂ ਨੂੰ ਅਗਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਅਕਸਰ ਜ਼ਿਕਰ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਇੱਕ ਸੰਤ ਸਨ, ਇੱਕ ਮਹਾਨ ਬੁੱਧੀਜੀਵੀ ਸਨ, ਸਕਾਲਰ ਸਨ, ਔਰ ਨਾਲ ਹੀ ਉਹ ਇੱਕ ਸੋਲਜਰ ਸਨ। ਸੋ ਆਪਾਂ ਵੈਰੀ ਕੁਇਕਲੀ ਦੇਖਦੇ ਹਾਂ ਕਿ ਵੀ ਇਹਨਾਂ ਆਸਪੈਕਟਸ ਨੂੰ ਆਪਾਂ ਕਿੱਦਾਂ ਰੀਕਨਸਾਈਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਜਿਹੜਾ ਹੈ ਉਹ ਸੰਤ ਵੀ ਹੋ ਸਕਦਾ ਹੈ, ਉਹ ਇੱਕ ਸੋਲਜਰ ਵੀ ਹੋ ਸਕਦਾ ਹੈ, ਉਹ ਇੱਕ ਸਕਾਲਰ ਵੀ ਹੋ ਸਕਦਾ ਹੈ। ਔਰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਇੱਛਾ ਪ੍ਰਗਟਾਈ ਕਿ ਮੇਰਾ ਹਰ ਸਿੱਖ ਜਿਹੜਾ ਹੈ ਉਹ ਇਸੇ ਤਰ੍ਹਾਂ ਮੇਰੇ ਵਰਗਾ ਬਣੇ, ਉਸ ਦੇ ਵਿੱਚ ਇਹ ਸਾਰੀਆਂ ਖੂਬੀਆਂ ਹੋਣ। ਔਰ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਅੱਜ ਜਿਸ ਫਾਰਮ ਦੇ ਵਿੱਚ ਸਾਡੇ ਪਾਸ ਹੈ ਉਸ ਨੂੰ ਅਲਟੀਮੇਟਲੀ ਗੁਰੂ ਸਾਹਿਬ ਨੇ ਕੰਪਾਈਲ ਕੀਤਾ ਸੀਗਾ। ਜਿਹੜੀ ਆਦੀ ਬੀੜ ਸੀ ਉਸ ਤੋਂ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਦੀ ਜਰਨੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਕੇ ਹੈ। ਉਹਨਾਂ ਨੇ ਉਹ ਸਾਰੀ ਬਾਣੀ ਜਿਹੜੀ ਸੀ ਕੰਪਲੀਟ ਕੀਤੀ। ਉਸ ਬਾਣੀ ਨੂੰ ਕੰਪਲੀਟ ਕਰਕੇ ਉਸ ਦੇ ਵਿੱਚ ਜੋ ਹੋਰ ਐਡੀਸ਼ਨਸ ਕਰਨ ਦੀ ਜ਼ਰੂਰਤ ਸੀ, ਜੋ ਉਸ ਦੇ ਵਿੱਚ ਹੋਰ ਕੋਈ ਐਡੀਟਿੰਗ ਕਰਨ ਦੀ ਜ਼ਰੂਰਤ ਸੀ, ਉਹ ਸਾਰੀ ਐਡੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਸੀ ਉਸ ਨੂੰ ਭਾਈ ਮਨੀ ਸਿੰਘ ਨੂੰ ਡਿਕਟੇਟ ਕਰਵਾਇਆ। ਔਰ ਫਿਰ ਭਾਈ ਮਨੀ ਸਿੰਘ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਹੱਥ ਲਿਖਤਾਂ ਸੀਗੀਆਂ, ਬੀੜ ਸੀਗੀ, ਉਸ ਦੀਆਂ ਫਿਰ ਅੱਗੇ ਉਤਾਰੇ ਜਿਹੜੇ ਸੀ ਉਹਨਾਂ ਦੀ ਜਿਹੜੀ ਕਾਪੀ ਸੀਗੀਆਂ, ਉਹ ਅਸੀਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਕਿ ਵੀ ਬਾਬਾ ਦੀਪ ਸਿੰਘ ਜਿਹੜੇ ਸਨ ਉਹਨਾਂ ਨੇ ਕੀਤੀਆਂ। ਔਰ 5 ਜਿਹੜੀਆਂ ਬੀੜਾਂ ਨੇ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ, ਜਿਹੜੀਆਂ ਕਿ 5 ਤਖਤਾਂ ਦੇ ਉੱਤੇ ਗੁਰੂ ਸਾਹਿਬ ਨੇ ਸਥਾਪਿਤ ਕੀਤੀਆਂ। ਔਰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਗੁਰੂ ਦਾ, ਇਟਰਨਲ ਗੁਰੂ ਦਾ ਦਰਜਾ ਦਿੱਤਾ। ਹਰ ਸਿੱਖ ਵਾਸਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਨਾਲ ਹੀ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਕਾਫੀ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਦਸਮ ਗ੍ਰੰਥ ਦੇ ਸ਼ੇਪ ਦੇ ਵਿੱਚ ਬਾਅਦ ਦੇ ਵਿੱਚ ਕੰਪਾਈਲ ਕੀਤਾ ਗਿਆ। ਉਸ 'ਚ ਕਈ ਕਿਸਮ ਦੇ ਵਿਚਾਰ ਆਉਂਦੇ ਨੇ, ਕਈ ਉਹਨਾਂ ਦੇ ਹਿੱਸੇ ਨੇ ਬਾਣੀ ਦੇ, ਦਸਮ ਗ੍ਰੰਥ ਦੇ, ਜਿਹੜੇ ਕਿ ਸਾਡੇ ਨਿਤਨੇਮ ਦਾ ਹਿੱਸਾ ਵੀ ਨੇ। ਅਸੀਂ ਉਹਨਾਂ ਸ਼ਬਦਾਂ ਨੂੰ ਕੀਰਤਨ ਦੇ ਵਿੱਚ ਰਾਗੀ ਸਿੰਘ ਜਿਹੜੇ ਨੇ ਉਹ ਕੀਰਤਨ ਵੀ ਉਸ ਦਾ ਕਰਦੇ ਨੇ। ਕੁਝ ਉਹਨਾਂ ਦੇ ਐਸੇ ਵੀ ਹਿੱਸੇ ਨੇ ਜਿਨ੍ਹਾਂ ਦੇ ਉੱਤੇ ਕਿ ਕਿੰਤੂ ਪ੍ਰੰਤੂ ਆਉਂਦਾ ਹੈ। ਔਰ ਉਹ ਸਿੱਖਾਂ ਦੀ ਜਿਹੜੀ ਗੁਰੂ ਸਾਹਿਬ ਤੋਂ ਬਾਅਦ 400-500 ਸਾਲ ਦੀ ਹਿਸਟਰੀ ਹੈ ਉਹ ਕੁਝ ਇਸ ਕਿਸਮ ਦੀ ਹੈ ਕਿ ਜਿਸ ਦੇ ਵਿੱਚ ਕਿ ਸਿੰਘ ਜਿਹੜੇ ਸਨ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਾਠੀਆਂ ਦੇ ਉੱਤੇ ਬਿਤਾਈ। ਸੋ ਉਸ ਵੇਲੇ ਇਹ ਇੱਕ ਸਵਾਲ ਉੱਠ ਸਕਦਾ ਹੈ, ਮਨ 'ਚ ਆ ਸਕਦਾ ਹੈ ਕਿ ਵੀ ਕੀ ਉਹ ਬਾਣੀ ਜਿਹੜੀ ਸੀ, ਜਿਸ ਵੇਲੇ ਗੁਰੂ ਸਾਹਿਬ ਵੀ ਅਨੰਦਪੁਰ ਸਾਹਿਬ ਛੱਡ ਕੇ ਗਏ ਨੇ, ਤੇ ਅਕਸਰ ਜ਼ਿਕਰ ਆਉਂਦਾ ਹੈ ਕਿ ਸਰਸਾ ਨਦੀ ਦੇ ਵਿੱਚ ਉਹਨਾਂ ਦੀਆਂ ਕਈ ਲਿਖਤਾਂ ਜਿਹੜੀਆਂ ਸੀਗੀਆਂ ਦੇ ਵਰ ਲੋਸਟ, ਕੁਝ ਰਿਕਵਰ ਕਰ ਲਈਆਂ ਗਈਆਂ ਸੀ। ਕੁਝ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੰਘ ਸਨ ਗੁਰੂ ਸਾਹਿਬ ਦੇ ਨਾਲ, ਉਹ ਇੰਨੀ ਕਰਨੀ ਵਾਲੇ ਸੀਗੇ ਕਿ ਵੀ ਬਾਣੀ ਉਹਨਾਂ ਨੂੰ ਕੰਠ ਹੁੰਦੀ ਸੀ, ਜੋ ਗੁਰੂ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਸੀ ਉਹ ਕੰਠ ਹੁੰਦੀ ਸੀ। ਸੋ ਕਈ ਹਿਸਟੋਰੀਅਨਸ ਇਹ ਵੀ ਮੰਨਦੇ ਨੇ ਕਿ ਵੀ ਜੋ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਸਿੱਖ ਸਨ
ਉਹਨਾਂ ਨੇ ਜਿਸ ਵੇਲੇ ਉਹ ਬਾਣੀ ਕੰਪਾਈਲ ਕੀਤੀ, ਦਸਮ ਗ੍ਰੰਥ ਕੰਪਾਈਲ ਕੀਤਾ, ਤੇ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕੰਠ ਸਨ, ਗੁਰੂ ਸਾਹਿਬ ਦੇ ਮੁਖ ਤੋਂ ਜੋ ਚੀਜ਼ਾਂ ਉਹਨਾਂ ਨੇ ਸੁਣੀਆਂ ਸਨ, ਉਹਨਾਂ ਨੂੰ ਉਹਨਾਂ ਨੇ ਕੰਪਾਈਲ ਕੀਤਾ। ਔਰ ਉਹਨਾਂ ਵਿੱਚੋਂ ਇੱਕ ਚੀਜ਼ ਜਿਹੜੀ ਹੈ ਉਹ ਹੈ ਸਿੱਖ ਰਹਿਤਨਾਮਾ। ਔਰ ਇੱਕ ਹੋਰ ਬੜੀ ਵੱਡੀ ਦਾਤ ਮੈਂ ਸਮਝਾਂਗਾ ਜਿਹੜੀ ਕਿ ਗੁਰੂ ਸਾਹਿਬ ਦੀ ਸਾਨੂੰ ਹੈ, ਉਹ ਹੈ ਕਿ ਵੀ ਉਹਨਾਂ ਨੇ ਇੱਕ ਖਾਲਸਾ ਪੰਥ ਜਿਹੜਾ ਹੈ, ਇੱਕ ਐਸੀ ਯੂਨੀਕ ਬ੍ਰਦਰਹੁੱਡ ਕ੍ਰੀਏਟ ਕੀਤੀ ਹੈ ਕਿ ਵੀ ਜਿਸ ਦੇ ਵਿੱਚ ਹਰ ਇਨਸਾਨ ਜਿਹੜਾ ਹੈ, ਭਾਵੇਂ ਉਸ ਦਾ ਕੋਈ ਵੀ ਜੈਂਡਰ ਹੈ, ਭਾਵੇਂ ਉਸ ਦੀ ਕੋਈ ਵੀ ਐਫੀਲੀਏਸ਼ਨ ਹੈ, ਉਸ ਦਾ ਇੱਕ ਪਰਮਾਤਮਾ ਦੇ ਨਾਲ ਉਹਨਾਂ ਨੇ ਰਿਸ਼ਤਾ ਪੈਦਾ ਕੀਤਾ। ਉਹਨਾਂ ਨੇ ਇੱਕ ਆਪਣੇ ਆਪ ਦੇ ਨਾਲ ਇੱਕ ਰਿਸ਼ਤਾ ਪੈਦਾ ਕੀਤਾ, ਔਰ ਉਸ ਬਣਾਉਣ ਵਾਲੇ ਕਰਤੇ ਦੇ ਨਾਲ ਇੱਕ ਰਿਸ਼ਤਾ ਪੈਦਾ ਕੀਤਾ, ਇੱਕ ਖਾਲਸਾ ਬ੍ਰਦਰਹੁੱਡ ਕ੍ਰੀਏਟ ਕਰਕੇ। ਸੋ ਇਹ ਉਹਨਾਂ ਦੀ ਬੜੀ ਇੱਕ ਯੂਨੀਕ ਕੰਟਰੀਬਿਊਸ਼ਨ ਹੈ, ਜਿਹੜੀ ਕਿ ਸਾਨੂੰ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਕਿ ਕਿਸੇ ਨੇ ਇਸ ਕਿਸਮ ਦੀ ਕੋਈ ਬ੍ਰਦਰਹੁੱਡ ਕ੍ਰੀਏਟ ਕੀਤੀ ਹੋਵੇ, ਇੱਕ ਗ੍ਰੰਥ ਦੇ ਹੇਠਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਬਣਾਇਆ ਹੋਵੇ। ਔਰ ਆਪਾਂ ਜਿਸ ਵੇਲੇ ਦਸਮ ਗ੍ਰੰਥ ਦੀ ਗੱਲ ਕਰਦੇ ਹਾਂ, ਤੇ ਉਸ ਦੇ ਵਿੱਚ ਜਾਪ ਸਾਹਿਬ ਦੀ ਬਾਣੀ ਆਉਂਦੀ ਹੈ, ਜੋ ਸਾਡੀ ਨਿਤਨੇਮ ਦੀ ਬਾਣੀ ਹੈ। ਉਸ ਤੋਂ ਇਲਾਵਾ ਅਕਾਲ ਉਸਤਤ, ਬਚਿੱਤਰ ਨਾਟਕ, ਜ਼ਫਰਨਾਮਾ, ਜੋ ਗੁਰੂ ਸਾਹਿਬ ਨੇ ਇੱਕ ਚਿੱਠੀ ਜਿਹੜੀ ਹੈ ਔਰੰਗਜ਼ੇਬ ਨੂੰ ਲਿਖੀ ਸੀ, ਔਰ ਹੋਰ ਕਈ ਉਹਨਾਂ ਦੇ ਜਿਹੜੀਆਂ ਬਾਣੀਆਂ ਨੇ ਆਉਂਦੀਆਂ ਨੇ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਅਕਸਰ ਜ਼ਿਕਰ ਆਉਂਦਾ ਹੈ 24 ਅਵਤਾਰ, ਬ੍ਰਹਮਾ ਅਵਤਾਰ, ਰੁਦਰ ਅਵਤਾਰ, ਔਰ ਹੋਰ ਇਸ ਕਿਸਮ ਦੀਆਂ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ। ਉਸ ਦੇ ਵਿੱਚ ਆਪਾਂ ਹੁਣੇ ਇਸ ਬਾਰੇ ਵਿਚਾਰ ਵੀ ਕਰਾਂਗੇ। ਗੁਰੂ ਸਾਹਿਬ ਜਿਹੜੇ ਸਨ, ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹੀ ਸੀਗੀ ਵੀ ਇਹ ਸਾਰੇ ਨਾਂ ਜਿਹੜੇ ਨੇ, ਇਹ ਮੈਂ ਸੁਣਦਾ ਤੇ ਜ਼ਰੂਰ ਹਾਂ, ਪਰ ਮੈਂ ਇਹਨਾਂ ਨੂੰ ਮੰਨਦਾ ਨਹੀਂ ਹਾਂ। ਸੋ ਅਗਰ ਗੁਰੂ ਸਾਹਿਬ ਨੇ ਇਹ ਲਿਖਤਾਂ ਲਿਖੀਆਂ ਨੇ, ਤੇ ਇਸ ਨੂੰ ਕੋਈ ਵੀ ਇਹ ਨਾ ਸਮਝੇ ਕਿ ਵੀ ਗੁਰੂ ਸਾਹਿਬ ਇਹਨਾਂ ਅਵਤਾਰਾਂ ਦੇ ਪ੍ਰਤੀ ਕੋਈ ਆਪਣੀ ਨਿਸ਼ਠਾ ਦਿਖਾ ਰਹੇ ਨੇ। ਉਹਨਾਂ ਨੇ ਆਪਣੀ ਨਿਸ਼ਠਾ ਇੱਕੋ ਕ੍ਰੀਏਟਰ ਦੇ ਵਿੱਚ ਰੱਖੀ, ਉਸ ਵਾਹਿਗੁਰੂ ਦੇ ਵਿੱਚ ਰੱਖੀ, ਇਹਨਾਂ ਦੇ ਵਿੱਚ ਨਹੀਂ ਰੱਖੀ। ਲੇਕਿਨ ਉਹਨਾਂ ਦੇ ਵਿੱਚ ਇੱਕ ਇੰਨੀ ਉੱਚ ਲੈਵਲ ਦੀ ਰਿਲੀਜੀਅਸ ਟੋਲਰੈਂਸ ਸੀ ਕਿ ਇਹ ਉਹ ਟਾਈਮ ਹੈ ਜਿਸ ਟਾਈਮ ਦੇ ਉੱਤੇ ਕਿ ਈਵਨ ਜਿਹੜੇ ਹਿੰਦੂ ਗ੍ਰੰਥ ਸੀਗੇ ਜਾਂ ਜਿਹੜੇ ਹਿੰਦੂ ਅਵਤਾਰ ਸਨ, ਉਹਨਾਂ ਦੀਆਂ ਜਿਹੜੀਆਂ ਸਾਖੀਆਂ ਨੇ, ਉਹਨਾਂ ਦੀ ਜਿਹੜੀ ਹਿਸਟਰੀ ਹੈ, ਜਾਂ ਉਹਨਾਂ ਦੀ ਜਿਹੜੀਆਂ ਕੋਈ ਵੀ ਲਿਖਤਾਂ ਸੀਗੀਆਂ, ਕੋਈ ਮੰਤਰ ਸੀਗੇ ਜਾਂ ਕੁਝ ਵੀ ਸੀ, ਵੇਦ ਸਨ, ਉਹਨਾਂ ਨੂੰ ਸਿਵਾਏ ਬ੍ਰਾਹਮਣਾਂ ਦੇ ਹੋਰ ਕੋਈ ਛੋਟੀ ਜਾਤ ਵਾਲਾ ਜਿਹੜਾ ਹੈ ਉਹ ਪੜ੍ਹ ਨਹੀਂ ਸੀ ਸਕਦਾ, ਇੱਥੇ ਤੱਕ ਕਿ ਸੁਣ ਵੀ ਨਹੀਂ ਸੀ ਸਕਦਾ। ਜੇ ਕੋਈ ਵੀ ਵੇਦਾਂ ਦਾ ਜਾਂ ਕੋਈ ਵੀ ਹੋਰ ਗ੍ਰੰਥਾਂ ਦਾ ਮੰਤਰ ਜਿਹੜਾ ਹੈ ਉਚਾਰਦਾ ਸੀਗਾ ਜਾਂ ਉਸਦੇ ਕੰਨਾਂ 'ਚ ਪੈ ਜਾਂਦਾ ਸੀਗਾ, ਮੰਨ ਲਓ ਕੋਈ ਮੰਦਿਰ ਦੇ ਬਾਹਰ ਬੈਠਾ ਹੈ ਤੇ ਉਸ ਦੇ ਮੂੰਹ ਦੇ ਵਿੱਚ ਜਾਂ ਉਸਦੇ ਕੰਨਾਂ ਦੇ ਵਿੱਚ ਪਿਘਲਾ ਕੇ ਸਿੱਕਾ ਪਾ ਦਿੱਤਾ ਜਾਂਦਾ ਸੀਗਾ। ਠੀਕ ਹੈ, ਇਹ ਉਸ ਟਾਈਮ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਸ ਵੇਲੇ ਇੰਡੀਆ ਜਿਹੜਾ ਹੈ ਵਰਨਾਂ ਦੇ ਵਿੱਚ ਇਸ ਕਿਸਮ ਦੇ ਨਾਲ ਕਾਸਟਸ ਦੇ ਵਿੱਚ ਕੱਟਿਆ ਗਿਆ ਸੀਗਾ। ਗੁਰੂ ਸਾਹਿਬ ਨੇ ਇਹ ਜਿਹੜੀਆਂ ਲਿਖਤਾਂ ਸਨ, ਇਹਨਾਂ ਨੂੰ ਆਮ ਲੈਂਗੁਏਜ ਦੇ ਵਿੱਚ, ਇੱਕ ਆਮ ਇਨਸਾਨ ਦੀ ਲੈਂਗੁਏਜ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਜਿਹੜੇ ਉਸ ਧਰਮ ਦੇ ਪੈਰੋਕਾਰ ਨੇ ਉਹ ਉਹਨਾਂ ਅਵਤਾਰਾਂ ਦੇ ਬਾਰੇ ਜਾਣ ਸਕਣ, ਔਰ ਉਹਨਾਂ ਦੇ ਕੋਲੋਂ ਉਹਨਾਂ ਦੇ ਜਿਹੜੀ ਨੌਲੇਜ ਹੈ ਉਸ ਤੋਂ ਕੁਝ ਸਿੱਖ ਕੇ ਆਪਣੀ ਜ਼ਿੰਦਗੀ ਜਿਹੜੀ ਉਸ ਨੂੰ ਬਿਹਤਰ ਬਣਾ ਸਕਣ। ਲੇਕਿਨ ਗੁਰੂ ਸਾਹਿਬ ਨੇ ਕਦੀ ਵੀ ਉਹਨਾਂ ਦੇ ਪ੍ਰਤੀ ਕੋਈ ਨਿਸ਼ਠਾ ਨਹੀਂ ਦਿਖਾਈ। ਉਹਨਾਂ ਨੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਆਪਣੀ ਨਿਸ਼ਠਾ ਰੱਖੀ, ਪਰ ਉਹਨਾਂ ਦੀ ਇੱਕ ਰਿਲੀਜੀਅਸ ਟੋਲਰੈਂਸ ਹੈ ਕਿ ਉਹਨਾਂ ਨੇ ਹਰ ਇਨਸਾਨ ਨੂੰ ਬਰਾਬਰ ਸਮਝਿਆ, ਔਰ ਉਹਨਾਂ ਨੇ ਸਮਝਿਆ ਕਿ ਵੀ ਹਰ ਇੱਕ ਨੂੰ ਆਪਣਾ ਧਰਮ ਮੰਨਣ ਦਾ, ਫੋਲੋ ਕਰਨ ਦਾ ਪੂਰਾ ਹੱਕ ਹੈ। ਔਰ ਇਹੀ ਉਸ ਦਾ ਇੱਕ ਐਗਜ਼ਾਮਪਲ ਹੈ ਕਿ ਉਹਨਾਂ ਨੇ ਸਾਰੀ ਉਮਰ ਔਰੰਗਜ਼ੇਬ ਦੇ ਖਿਲਾਫ ਜੰਗ ਲੜੀ, ਔਰ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇਹ ਗੱਲ ਕਹੀ ਕਿ ਤੁਹਾਡੇ ਨਾਲੋਂ ਜ਼ਿਆਦਾ ਮਹਾਨ ਕੌਣ ਹੋ ਸਕਦਾ ਹੈ ਕਿ ਜਿਹੜਾ ਸ਼ਹੀਦੀ ਦੇ ਕੇ ਕਸ਼ਮੀਰੀ ਜਿਹੜੇ ਪੰਡਤ ਨੇ ਉਹਨਾਂ ਦੇ ਜਨੇਊ ਦੀ ਰੱਖਿਆ ਕਰ ਸਕੇ। ਸੋ ਇਹ ਇੱਕ ਉਹਨਾਂ ਦੀ ਰਿਲੀਜੀਅਸ ਟੋਲਰੈਂਸ ਸੀਗੀ। ਜਿਹੜੇ ਇਹਨਾਂ ਨੇ ਗੁਰੂ ਸਾਹਿਬ ਨੇ ਚੀਜ਼ਾਂ ਲਿਖੀਆਂ ਨੇ, ਉਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਵੀ ਇਹ ਕੋਈ ਗੁਰੂ ਸਾਹਿਬ ਦੀ ਉਹਨਾਂ ਦੇ ਪ੍ਰਤੀ ਨਿਸ਼ਠਾ ਹੈ। ਉਹਨਾਂ ਨੇ ਜਸਟ ਉਹਨਾਂ ਚੀਜ਼ਾਂ ਨੂੰ ਇੱਕ ਕਾਮਨ ਮੈਨ ਵਾਸਤੇ ਇੱਕ ਸਿੰਪਲੀਫਾਈਡ ਲੈਂਗੁਏਜ ਦੇ ਵਿੱਚ ਲਿਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ।
ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਵੀ ਇਹ ਡਿਫਰੈਂਟ ਲੈਂਗੁਏਜਸ ਦੇ ਵਿੱਚ ਉਹਨਾਂ ਨੇ ਲਿਖੀਆਂ ਨੇ, ਜਿਸ ਦੇ ਵਿੱਚ ਕਿ ਉਹਨਾਂ ਨੇ ਜ਼ਿਆਦਾ ਬ੍ਰਜ ਭਾਸ਼ਾ ਯੂਜ਼ ਕੀਤੀ ਹੈ, ਪਰ ਪਰਸ਼ੀਅਨ, ਗੁਰਮੁਖੀ, ਸੰਸਕ੍ਰਿਤ, ਹਿੰਦੀ ਇਹ ਵੀ ਲੈਂਗੁਏਜਸ ਉਹਨਾਂ ਨੇ ਯੂਜ਼ ਕੀਤੀਆਂ ਸੀ। ਔਰ ਜੋ ਉਹਨਾਂ ਦੀ ਡਾਇਲੌਗ ਉਹਨਾਂ ਦੇ ਸੇਵਕਾਂ ਦੇ ਨਾਲ, ਉਹਨਾਂ ਦੇ ਸਹਿਯੋਗੀਆਂ ਦੇ ਨਾਲ ਹੁੰਦੀ ਸੀ, ਉੱਥੋਂ ਕਈ ਸਿੰਘ ਜਿਹੜੇ ਸਨ ਉਹਨਾਂ ਨੇ ਇੱਕ ਕੋਡ ਆਫ ਕੰਡਕਟ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਸਿੱਖ ਨੂੰ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨੀ ਚਾਹੀਦੀ ਹੈ, ਜਿੱਥੋਂ ਕਿ ਸਾਨੂੰ ਜਿਹੜੇ 52 ਹੁਕਮਨਾਮੇ ਨੇ ਉਹ ਮਿਲਦੇ ਹਨ। ਔਰ ਇਸ ਬਾਰੇ ਆਪਾਂ ਪਹਿਲੇ ਵੀ ਵਿਚਾਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਬਹੁਤ ਵੱਡੇ ਫਕੀਰ ਸਨ, ਇੱਕ ਸੰਤ ਸਨ। ਸੰਤ ਕਿਉਂ ਸਨ, ਉਸ ਦੀ ਵੀ ਡੈਫੀਨੇਸ਼ਨ ਜਿਹੜੀ ਹੈ ਉਹਨਾਂ ਤੋਂ ਕਈ ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਦੇ ਚੁੱਕੇ ਨੇ। ਔਰ ਇਸ ਦਾ ਜਿਹੜਾ ਉਦਾਹਰਨ ਹੈ, ਇਸ ਦਾ ਜਿਹੜਾ ਸਾਨੂੰ ਇੱਕ ਹਿਸਟੋਰੀਕਲ ਐਵੀਡੈਂਸ ਹੈ, ਉਹ ਬਾਲਾ ਜੀ ਵਾਲੀ ਸਾਖੀ ਦੇ ਵਿੱਚੋਂ ਮਿਲਦਾ ਹੈ, ਜਿੱਥੇ ਕਿ ਇੱਕ ਬਗਦਾਦ ਦੇ ਇੱਕ ਫਕੀਰ ਨੇ, ਇੱਕ ਬਹੁਤ ਵੱਡੇ ਸੇਂਟ ਨੇ, ਉਹਨਾਂ ਨੂੰ ਪੁੱਛਿਆ ਸੀਗਾ ਗੁਰੂ ਸਾਹਿਬ ਦਾ ਇਮਤਿਹਾਨ ਲੈਣ ਲਈ ਵੀ ਫਕੀਰ ਕੌਣ ਹੁੰਦਾ ਹੈ, ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਵੀ ਫਕੀਰ ਉਹ ਹੈ ਵੀ ਜਿਹੜਾ ਕਿਸੇ ਕੌਜ਼ ਵਾਸਤੇ, ਜਸਟ ਕੌਜ਼ ਵਾਸਤੇ ਆਪਣੇ ਆਪ ਨੂੰ ਹੀ ਨਹੀਂ, ਆਪਣੀ ਸਾਰੀ ਜ਼ਿੰਦਗੀ ਨੂੰ, ਆਪਣੇ ਪਰਿਵਾਰ ਨੂੰ ਫਨਾ ਕਰ ਦੇਵੇ। ਠੀਕ ਹੈ, ਸੋ ਉਹ ਜੋ ਉਹਨਾਂ ਨੇ ਉਦੋਂ ਕਿਹਾ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਕਰਕੇ ਦਿਖਾਇਆ। ਔਰ ਅਸੀਂ ਗੁਰੂ ਸਾਹਿਬ ਦਾ ਅਕਸਰ ਇੱਕ ਸ਼ਬਦ ਜਿਹੜਾ ਹੈ ਬਚਿੱਤਰ ਨਾਟਕ ਦੇ ਵਿੱਚੋਂ ਪੜ੍ਹਦੇ ਹਾਂ ਕਿ ਵੀ ਜਿਸ ਦੇ ਵਿੱਚ ਕਿ ਉਹ ਆਪਣੀ ਜਿਹੜੀ ਕਥਾ ਹੈ ਉਸ ਸੰਗਤ ਦੇ ਨਾਲ ਸ਼ੇਅਰ ਕਰਦੇ ਨੇ। ਔਰ ਅਕਸਰ ਤੁਸੀਂ ਸੁਣਿਆ ਹੋਵੇਗਾ ਕਥਾਵਾਚਕ ਹਿਸਟੋਰੀਅਨ ਜਿਹੜੇ ਨੇ ਉਹ ਇਸ ਦਾ ਰੀਜ਼ਨ ਇਹ ਦਿੰਦੇ ਨੇ ਕਿ ਵੀ ਗੁਰੂ ਸਾਹਿਬ ਇਹ ਚਾਹੁੰਦੇ ਸਨ ਕਿ ਕੋਈ ਮੈਨੂੰ ਪਰਮਾਤਮਾ ਸਮਝ ਕੇ ਨਾ ਪੂਜਣ ਲੱਗ ਪਵੇ, ਮੈਨੂੰ ਰੱਬ ਸਮਝ ਕੇ ਮੇਰੇ ਸਾਹਮਣੇ ਮੱਥੇ ਨਾ ਟੇਕਣ ਲੱਗ ਪਵੇ। ਗੁਰੂ ਸਾਹਿਬ ਨੇ ਹਮੇਸ਼ਾ ਆਪਣੇ ਆਪ ਨੂੰ ਕਿਹਾ ਵੀ ਮੈਂ ਉਸ ਪਰਮਾਤਮਾ ਦਾ ਇੱਕ ਸੇਵਕ ਹਾਂ, ਇਸ ਕਰਕੇ ਮੈਂ ਆਪਣੀ ਕਹਾਣੀ ਦੱਸ ਰਿਹਾ, ਇਸ ਕਰਕੇ ਮੈਂ ਆਪਣੀ ਕਥਾ ਦੱਸ ਰਿਹਾ ਕਿ ਵੀ ਤੁਹਾਨੂੰ ਪਤਾ ਹੋਵੇ ਕਿ ਵੀ ਮੈਂ ਕਿਉਂ ਆਇਆ, ਔਰ ਹੋ ਸਕਦਾ ਹੈ ਕਿ ਤੁਸੀਂ ਉੱਥੋਂ ਕੋਈ ਚੀਜ਼ ਸਿੱਖ ਸਕੋ। ਪਰ ਗੁਰੂ ਸਾਹਿਬ ਜਿਹੜੇ ਸਨ ਉਹ ਜਿਸ ਤਰ੍ਹਾਂ ਹੁਣੇ ਪਹਿਲੇ ਵੀ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਵੀ ਉਹਨਾਂ ਨੇ 24 ਅਵਤਾਰ ਔਰ ਹੋਰ ਚੀਜ਼ਾਂ ਲਿਖੀਆਂ ਨੇ, ਪਰ ਉਹਨਾਂ ਦੀ ਨਿਸ਼ਠਾ ਸਿਰਫ ਪਰਮਾਤਮਾ ਵੱਲ ਸੀ। ਉਸ ਪਰਮਾਤਮਾ ਨੂੰ ਇਸ ਸ਼ਬਦ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਉਸ ਨੂੰ ਡਿਫਾਈਨ ਕੀਤਾ ਹੈ ਕਿ ਵੀ ਤਬ ਤੈ ਹਮ ਅਦਕ ਤਪੱਸਿਆ ਸਾਧੀ, ਕਿਹੜੀ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਹੁਣ ਅਕਸਰ ਅਸੀਂ ਇਸ ਨੂੰ ਸਮਝ ਲੈਂਦੇ ਹਾਂ ਵੀ ਇਹ ਸ਼ਾਇਦ ਕੋਈ ਸਨਾਤਨ ਧਰਮ ਦੇ ਨਾਲ ਰਿਲੇਟਡ ਗੱਲ ਹੋ ਰਹੀ ਹੈ। ਨਹੀਂ, ਮਹਾਕਾਲ ਕੌਣ ਹੈ? ਇੱਕ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਜਿਹੜਾ ਸਾਨੂੰ ਸਭ ਨੂੰ ਇੱਕ ਡਰ ਹੁੰਦਾ ਹੈ ਉਹ ਕਾਲ ਦਾ ਹੈ। ਇੱਕ ਬੰਦੇ ਦਾ ਜਨਮ ਹੋਇਆ ਹੈ, ਇੱਕ ਬੰਦਾ ਆਪਣੀ ਜੀਵਨ ਜੀ ਰਿਹਾ ਹੈ, ਪਰ ਉਸ ਦੀ ਕਦੋਂ ਉਸ ਦੀ ਡੈਥ ਹੋ ਜਾਣੀ ਹੈ ਉਸ ਨੂੰ ਨਹੀਂ ਪਤਾ। ਉਹ ਜਿਹੜਾ ਕਾਲ ਚੱਕਰ ਹੈ ਉਸ ਦਾ ਇੱਕ ਬੰਦੇ ਨੂੰ ਹਮੇਸ਼ਾ ਉਸ ਦੇ ਮਨ 'ਚ ਇੱਕ ਫੀਅਰ ਰਹਿੰਦਾ ਹੈ। ਲੇਕਿਨ ਉਹ ਕਾਲ ਜਿਹੜਾ ਹੈ ਉਸ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ? ਉਸ ਨੂੰ ਕੰਟਰੋਲ ਕਰਨ ਵਾਲਾ ਪਰਮਾਤਮਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਇੱਥੇ ਮਹਾਕਾਲ ਕਿਹਾ ਹੈ, ਜੋ ਉਸ ਕਾਲ ਤੋਂ ਵੀ ਵੱਡਾ ਹੈ। ਔਰ ਉਹ ਜਿਹੜਾ ਮਹਾਕਾਲ ਹੈ ਉਹ ਇੰਨਾ ਵੱਡਾ ਹੈ ਕਿ ਉਹ ਉਸ ਕਾਲ ਦਾ ਵੀ ਵੱਧ ਕਰ ਸਕਦਾ ਹੈ, ਉਸ ਕਾਲ ਨੂੰ ਵੀ ਖਤਮ ਕਰ ਸਕਦਾ ਹੈ। ਔਰ ਖਤਮ ਕਿਸ ਤਰ੍ਹਾਂ ਕਰ ਸਕਦਾ ਹੈ ਕਿ ਉਹ ਪਰਮਾਤਮਾ ਜਿਹੜਾ ਹੈ, ਉਹ ਮਹਾਕਾਲ ਜਿਹੜਾ ਹੈ, ਉਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਹੀ ਸਰਕਲ ਆਫ ਲਾਈਫ ਐਂਡ ਡੈਥ ਨੂੰ ਕੰਟਰੋਲ ਕਰਦਾ ਹੈ, ਉਹੀ ਜਿਹੜੀਆਂ ਸਾਡੀਆਂ ਟਾਈਮ ਲਾਈਨਸ ਨੇ ਉਹਨਾਂ ਨੂੰ ਕੰਟਰੋਲ ਕਰਦਾ ਹੈ। ਸੋ ਕਾਲ ਨੂੰ ਉਹ ਕੰਟਰੋਲ ਹੀ ਨਹੀਂ ਸਿਰਫ ਕਰਦਾ, ਕਾਲ ਦਾ ਕ੍ਰੀਏਟਰ ਵੀ ਉਹੀ ਹੈ ਔਰ ਕਾਲ ਨੂੰ ਖਤਮ ਵੀ ਉਹੀ ਕਰ ਸਕਦਾ ਹੈ। ਔਰ ਇਸ ਨੂੰ ਇੱਕ ਹੋਰ ਵੀ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਉਸ ਪਰਮਾਤਮਾ ਦੀ ਇਨਸਾਨ ਦੇ ਉੱਤੇ ਬਖਸ਼ਿਸ਼ ਹੋਵੇ ਤੇ ਇਨਸਾਨ ਜਿਹੜਾ ਹੈ ਉਸ ਨੂੰ ਪਰਮਾਤਮਾ ਉਸ ਸਾਈਕਲ ਆਫ ਲਾਈਫ ਐਂਡ ਡੈਥ ਦੇ ਵਿੱਚੋਂ ਬਾਹਰ ਵੀ ਕੱਢ ਸਕਦਾ ਹੈ, ਉਸ ਨੂੰ ਇੰਨੀ ਹਾਈ ਐਨਲਾਈਟਨਮੈਂਟ ਦੇ ਸਕਦਾ ਹੈ ਕਿ ਉਸ ਚੱਕਰ ਦੇ ਵਿੱਚੋਂ ਉਹਨੂੰ ਬਾਹਰ ਕੱਢ ਸਕਦਾ ਹੈ। ਸੋ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਉਸ ਮਹਾਕਾਲ ਕਾਲਕਾ ਦਾ ਸੇਵਕ ਹਾਂ, ਮੈਂ ਉਸ ਨੂੰ ਅਰਾਧਦਾ ਹਾਂ। ਔਰ ਗੁਰੂ ਸਾਹਿਬ ਦੇ ਜਿਹੜੇ ਇਹ ਹੈਗੇ ਨੇ 52 ਹੁਕਮ, ਇਹ ਬੇਸਿਕਲੀ ਆਉਂਦੇ ਨੇ ਕਿ ਵੀ ਜਿੱਥੋਂ ਗੁਰੂ ਸਾਹਿਬ ਨੇ ਇਹ ਆਪਣੇ ਸਿੰਘਾਂ ਦੇ ਨਾਲ ਗੱਲ ਕੀਤੀ ਵੀ ਉਹਨਾਂ ਦੇ ਮਨ ਦੇ ਵਿੱਚ
ਖਾਲਸਾ ਦੀ ਕੀ ਡੈਫੀਨੇਸ਼ਨ ਹੈ, ਉਹਨਾਂ ਦੇ ਮਨ ਦੇ ਵਿੱਚ ਖਾਲਸਾ ਕੌਣ ਹੈ, ਔਰ ਉਸ ਚੀਜ਼ ਨੂੰ ਕੰਪਾਈਲ ਕਰਕੇ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹ ਭਾਈ ਨੰਦ ਲਾਲ ਜੀ ਸਨ, ਭਾਵੇਂ ਉਹ ਭਾਈ ਦੇਸਾ ਸਿੰਘ ਜੀ ਸਨ, ਹੋਰ ਜਿੰਨੇ ਵੀ ਉਹਨਾਂ ਦੇ ਨਾਲ ਸੇਵਕ ਸਨ, ਉਹਨਾਂ ਨੇ ਇਹ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕੰਪਾਈਲ ਕੀਤਾ। ਔਰ ਇਸੇ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਲੜੀ ਹੈ ਜ਼ਫਰਨਾਮੇ ਦੀ, ਕਿ ਜਿਸ ਵੇਲੇ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਗੁਰੂ ਸਾਹਿਬ ਇੱਕ ਸੇਂਟ ਨੇ, ਇੱਕ ਸਕਾਲਰ ਨੇ, ਉੱਥੇ ਇੱਕ ਉਹ ਸੋਲਜਰ ਵੀ ਨੇ। ਔਰ ਉਹ ਸੋਲਜਰ ਕਿਉਂ ਬਣੇ? ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਜਿਸ ਵੇਲੇ ਕਿਸੇ ਦੇ ਨਾਲ ਗੱਲਬਾਤ ਕਰਨ ਦਾ, ਕਿਸੇ ਨੂੰ ਸਮਝਾਉਣ ਦਾ, ਕਿਸੇ ਨੂੰ ਗਲਤ ਕੰਮ ਕਰਨ ਤੋਂ ਰੋਕਣ ਦਾ ਹਰ ਤਰੀਕਾ ਜਿਹੜਾ ਹੈ ਉਹ ਅਸਫਲ ਰਵੇ, ਉਹ ਫੇਲ ਹੋ ਜਾਵੇ, ਤੇ ਫਿਰ ਉਸ ਨੂੰ ਰੋਕਣ ਵਾਸਤੇ ਹੱਥ ਵਿੱਚ ਸਵੋਰਡ ਲੈਣ ਲੱਗਿਆ, ਚੁੱਕਣ ਲੱਗਿਆ, ਹਥਿਆਰ ਚੁੱਕਣ ਲੱਗਿਆ ਇਨਸਾਨ ਨੂੰ ਪਿੱਛੇ ਨਹੀਂ ਹੋਣਾ ਚਾਹੀਦਾ। ਔਰ ਇਹ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ, ਜਿਹੜਾ ਕਿ ਮੇਰੇ ਹਿਸਾਬ ਦੇ ਨਾਲ ਇੱਕ ਹਾਈਐਸਟ ਡੈਫੀਨੇਸ਼ਨ ਆਫ ਅ ਸੋਲਜਰ ਹੈ। ਕੋਈ ਵੀ ਸੋਲਜਰ ਜਿਹੜਾ ਹੈ ਆਪਣੀ ਕੰਟਰੀ ਵਾਸਤੇ ਜਿਸ ਵੇਲੇ ਲੜਦਾ ਹੈ, ਉਸ ਦੇ ਮਨ ਦੇ ਵਿੱਚ ਉਸ ਦੇ ਕੰਟਰੀ ਦੇ ਪ੍ਰਤੀ ਇੱਕ ਕਮਿਟਮੈਂਟ ਹੁੰਦੀ ਹੈ। ਅੱਜ ਇਸ ਵੇਲੇ ਰਸ਼ੀਆ ਔਰ ਯੂਕਰੇਨ ਦੇ ਵਿੱਚ ਇੱਕ ਲੜਾਈ ਚੱਲ ਰਹੀ ਹੈ। ਉਸ ਸੋਲਜਰ ਦੇ ਮਨ ਦੇ ਵਿੱਚ ਇੱਕ ਕਮਿਟਮੈਂਟ ਇਹ ਹੋਣੀ ਚਾਹੀਦੀ, ਇੱਕ ਲਾਇਲਟੀ ਜ਼ਰੂਰ ਹੋਣੀ ਚਾਹੀਦੀ ਆਪਣੀ ਕੰਟਰੀ ਦੇ ਪ੍ਰਤੀ। ਪਰ ਅਗਰ ਉਸ ਦੀ ਕੰਟਰੀ ਜਿਹੜੀ ਉਹ ਗਲਤ ਕਰ ਰਹੀ ਹੈ, ਤੇ ਫਿਰ ਇੱਕ ਸੋਲਜਰ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਐਜ਼ ਅ ਸੋਲਜਰ ਉਸ ਦੀ ਕਮਿਟਮੈਂਟ ਕਿੱਥੇ ਹੋਣੀ ਚਾਹੀਦੀ ਹੈ। ਕੀ ਉਸ ਦੀ ਕਮਿਟਮੈਂਟ ਮਾਨਵਤਾ ਦੇ, ਹਿਊਮੈਨਿਟੀ ਦੇ ਪ੍ਰਤੀ ਹੋਣੀ ਚਾਹੀਦੀ ਹੈ, ਜਾਂ ਉਸ ਗਲਤ ਕੰਮ ਦੇ ਪਿੱਛੇ ਹੋਣੀ ਚਾਹੀਦੀ ਹੈ। ਸੋ ਇਹ ਗੁਰੂ ਸਾਹਿਬ ਨੇ ਇੱਕ ਬਹੁਤ ਉਸ ਦਾ ਇੱਕ ਗਾਈਡੈਂਸ, ਇੱਕ ਬਹੁਤ ਅੱਛਾ ਐਗਜ਼ਾਮਪਲ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਕਿ ਅਨਫੋਰਚੂਨੇਟਲੀ ਅਸੀਂ ਇਸ ਨੂੰ ਸਾਰੇ ਦੁਨੀਆ ਤੱਕ ਸੋਸ਼ਲਾਈਜ਼ ਨਹੀਂ ਕਰ ਸਕੇ, ਕਿ ਅਗਰ ਉਹ ਸੋਲਜਰ ਬਣੇ, ਜਾਂ ਅਗਰ ਕਿਸੇ ਹੋਰ ਨੇ ਸੋਲਜਰ ਬਣਨਾ ਹੈ, ਕਿਸੇ ਵਾਰ 'ਚ ਜਾਣਾ ਹੈ, 2 ਵਰਲਡ ਵਾਰਸ ਹੋ ਚੁੱਕੀਆਂ ਨੇ, ਤੀਸਰੀ ਦੇ ਅਸੀਂ ਕੋਨੇ ਤੇ ਖੜੇ, ਠੀਕ ਹੈ। ਇੱਕ ਸੋਲਜਰ ਅਗਰ ਵਾਰ 'ਚ ਜਾਂਦਾ ਹੈ ਤੇ ਉਸ ਨੂੰ ਕੀ ਸੋਚਣ ਦੀ ਜ਼ਰੂਰਤ ਹੈ? ਔਰ ਉਸ ਵਾਸਤੇ ਇਹ ਗੁਰੂ ਸਾਹਿਬ ਦਾ ਜਿਹੜਾ ਜ਼ਫਰਨਾਮੇ ਦੇ ਵਿੱਚ ਕੁਝ ਉਹਨਾਂ ਦੀਆਂ ਜਿਹੜੀਆਂ ਪੰਕਤੀਆਂ ਨੇ, ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ। ਸੋ ਐਨੀਵੇਜ਼, ਆਪਾਂ ਬਹੁਤੀ ਇਸ ਨੂੰ ਲੰਬਾ ਨਾ ਕਰੀਏ, ਆਪਾਂ ਇਹ ਦੇਖੀਏ ਵੀ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਹੁਕਮ ਦਿੱਤੇ ਨੇ, ਉਹ ਹੁਕਮ ਕਿਉਂ ਦਿੱਤੇ ਨੇ, ਹੁਕਮ ਕੀ ਹੈ, ਔਰ ਸਾਨੂੰ ਉਸ ਨੂੰ ਕਿਉਂ ਫੋਲੋ ਕਰਨਾ ਚਾਹੀਦਾ ਹੈ। ਹੁਕਮ ਨੂੰ ਸਮਝਣ ਦਾ ਬੈਸਟ ਤਰੀਕਾ ਇਹ ਹੈ ਕਿ ਵੀ ਜਿਸ ਤਰ੍ਹਾਂ ਆਪਾਂ ਇੱਕ GPS ਵਰਤਦੇ ਹਾਂ, ਅਸੀਂ ਉਸ ਨੂੰ ਇੱਕ ਕਮਾਂਡ ਦਿੰਦੇ ਹਾਂ, ਉਹ ਸਾਨੂੰ ਕਮਾਂਡ ਲੈ ਕੇ ਤੇ ਸਾਨੂੰ ਗਾਈਡ ਕਰਦਾ ਹੈ ਕਿ ਵੀ ਤੁਸੀਂ ਭਾਈ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਜਾਣਾ ਹੈ। ਉਸੇ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਸਾਨੂੰ ਗਾਈਡ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਤੀਤ ਕਰੀਏ। ਔਰ ਇਹ ਜਿਹੜਾ ਕਨਸੈਪਟ ਹੈ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ, ਜਿਸ ਵੇਲੇ ਉਹਨਾਂ ਨੇ ਇੱਕ ਪੂਰੀ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੇ ਵਿੱਚ ਹੁਕਮ ਦੇ ਉੱਤੇ ਲਿਖੀ ਹੈ, ਜਿਸ 'ਚ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਸਿਰਫ ਸਾਡਾ ਜੀਵਨ ਹੀ ਨਹੀਂ, ਇਹ ਸਾਰਾ ਸੰਸਾਰ ਜਿਹੜਾ ਹੈ ਉਹ ਇੱਕ ਹੁਕਮ ਦੇ ਅੰਦਰ ਚੱਲ ਰਿਹਾ ਹੈ, ਉਸ ਪਰਮਾਤਮਾ ਦੀ ਗਾਈਡੈਂਸ ਦੇ ਅੰਦਰ ਚੱਲ ਰਿਹਾ ਹੈ। ਸੋ ਹੁਕਮ ਜਿਹੜਾ ਹੈ ਉਸ ਨੂੰ ਅਸੀਂ ਇੱਕ ਕਮਾਂਡ ਵੀ ਸਮਝ ਸਕਦੇ ਹਾਂ, ਜਿਹੜਾ ਕਿ ਕੋਈ ਦੇ ਰਿਹਾ ਹੈ ਕਿਸੇ ਨੂੰ ਇੱਕ ਬੈਟਰ ਜ਼ਿੰਦਗੀ ਬਤੀਤ ਕਰਨ ਵਾਸਤੇ, ਇੱਕ ਪ੍ਰੋਸੈਸ ਨੂੰ ਫੋਲੋ ਕਰਨ ਵਾਸਤੇ। ਹੁਕਮ ਜਿਹੜਾ ਹੈ ਉਸ ਨੂੰ ਅਸੀਂ ਇੱਕ ਗਾਈਡੈਂਸ ਵੀ ਮੰਨ ਸਕਦੇ ਹਾਂ, ਉਸ ਨੂੰ ਇੱਕ ਡਿਸਪਲਿਨ ਵੀ ਮੰਨ ਸਕਦੇ ਹਾਂ, ਉਸ ਨੂੰ ਇੱਕ ਆਰਡਰ ਆਫ ਥਿੰਗਸ ਵੀ ਮੰਨ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਉਹ ਵਡਿਆਈ ਵੀ ਇਨਸਾਨ ਨੂੰ ਉਸ ਹੁਕਮ ਦੇ ਵਿੱਚ ਰਹਿ ਕੇ ਮਿਲਦੀ ਹੈ। ਸਾਰੀ ਕ੍ਰੀਏਸ਼ਨ ਵੀ ਉਹ 'ਚ ਹੋ ਰਹੀ ਹੈ, ਪਰ ਉਸੇ ਨੂੰ ਫੋਲੋ ਕਰਕੇ ਇਨਸਾਨ ਨੂੰ ਵਡਿਆਈ ਵੀ ਉਸੇ ਦੇ ਵਿੱਚ ਮਿਲਦੀ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਸਦਾ ਪੁਆਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੋ ਬਜੇ ਤਾਂ ਹਉਮੈ ਕਹੇ ਨਾ ਕੋਏ। ਸੋ ਇਹ ਹੁਕਮ ਦਾ ਜਿਹੜਾ ਕਨਸੈਪਟ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਚੱਲਦਾ ਆ ਰਿਹਾ ਹੈ। ਔਰ ਇਸ ਦਾ ਜਿਹੜਾ ਹੈ ਭਾਈ ਗੁਰਦਾਸ ਜੀ ਦਾ ਅਕਸਰ ਜ਼ਿਕਰ ਆਉਂਦਾ ਹੈ ਕਿ ਵੀ ਉਹਨਾਂ ਦੀ ਜਿਹੜੀਆਂ ਲਿਖਤਾਂ ਨੇ ਉਹ ਇੱਕ ਗਾਈਡ ਹੈ ਜੋ ਗੁਰੂ ਗ੍ਰੰਥ ਸਾਹਿਬ, ਉਸ ਨੂੰ ਉਹ ਖੋਲਦੇ ਨੇ। ਭਾਈ ਗੁਰਦਾਸ ਜੀ ਉਸ ਨੂੰ ਇੱਕ ਬਹੁਤ ਅੱਛੇ ਤਰੀਕੇ ਨਾਲ ਕਹਿੰਦੇ ਨੇ ਵੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇਹ ਸਾਰਾ ਸ਼ਬਦ ਜਿਹੜਾ ਹੈ ਉਸ ਦੇ ਵਿੱਚ ਉਹ ਇਹੀ ਜ਼ਿਕਰ ਕਰਦੇ ਨੇ ਕਿ ਕਿਸ ਤਰ੍ਹਾਂ ਉਸ ਪਰਮਾਤਮਾ ਦੇ ਦੱਸੇ ਹੋਏ, ਉਸ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ, ਉਸ ਦੇ ਹਿਊਮਿਲਿਟੀ ਦੇ ਨਾਲ, ਉਸ ਦੀ ਗਾਈਡੈਂਸ ਦੇ ਵਿੱਚ ਜਿਸ ਵੇਲੇ ਕੋਈ ਇਨਸਾਨ ਚੱਲਦਾ ਹੈ ਤੇ ਗੁਰੂ ਅੱਗੇ ਹੋ ਕੇ ਕਿਸ ਤਰ੍ਹਾਂ ਉਸ ਦੀ ਸਹਾਇਤਾ ਕਰਦਾ ਹੈ। ਸੋ ਇਸ ਦੇ ਹੋਰ ਕਈ ਐਗਜ਼ਾਮਪਲਸ ਨੇ ਜੋ ਅਸੀਂ ਜਿਸ ਬਾਰੇ ਗੱਲ ਕਰ ਸਕਦੇ ਹਾਂ,
ਪਰ ਵੈਰੀ ਬਰੀਫਲੀ 52 ਹੁਕਮ ਗੁਰੂ ਸਾਹਿਬ ਨੇ ਨੰਦੇੜ ਸਾਹਿਬ ਮਹਾਰਾਸ਼ਟਰ ਦੇ ਵਿੱਚ ਮੰਨੇ ਜਾਂਦੇ ਨੇ ਕਿ ਵੀ ਜਿੱਥੇ ਉਹਨਾਂ ਨੇ ਦਿੱਤੇ। ਔਰ ਇਸ ਦੇ ਵਿੱਚ ਇੱਕ ਹੋਰ ਹਿਸਟੋਰੀਕਲ ਸਿਗਨੀਫੀਕੈਂਸ ਆਉਂਦਾ ਹੈ ਕਿ ਵੀ ਇਹ ਅਫਗਾਨਿਸਤਾਨ ਦੇ ਵਿੱਚ ਜਿਹੜੀ ਸੰਗਤ ਸੀਗੀ ਉਹਨਾਂ ਨੂੰ ਵੀ ਉਹਨਾਂ ਨੇ ਲਿਖ ਕੇ ਭੇਜੇ ਸੀਗੇ, ਕਿਉਂਕਿ ਜਿਹੜੇ ਦੂਰ ਦੁਰਾਡ ਏਰੀਆਜ਼ ਦੇ ਵਿੱਚ ਸੰਗਤ ਸੀਗੀ ਜਿਹੜੀ ਗੁਰੂ ਸਾਹਿਬ ਨੂੰ ਰੈਗੂਲਰਲੀ ਨਹੀਂ ਮਿਲ ਪਾਉਂਦੀ ਸੀ, ਉਹ ਇਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਅਗਰ ਤੁਹਾਨੂੰ ਮਿਲਣਾ ਹੈ ਤੇ ਫਿਰ ਅਸੀਂ ਤੁਹਾਨੂੰ ਕਿਸ ਤਰ੍ਹਾਂ ਮਿਲੀਏ, ਜਾਂ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਸ ਵੇਲੇ ਕੋਈ ਇੰਟਰਨੈਟ ਵਗੈਰਾ ਤੇ ਹੁੰਦਾ ਨਹੀਂ ਸੀ, ਚਿੱਠੀਆਂ ਪੱਤਰ ਵੀ ਕੋਈ ਬੜਾ ਰੇਅਰ ਹੀ ਹੁੰਦਾ ਸੀਗਾ। ਮੋਸਟਲੀ ਹੁੰਦਾ ਸੀ ਵੀ ਫੈਸਟੀਵਲਸ ਨੇ, ਵਿਸਾਖੀ ਹੈ ਜਾਂ ਦੀਵਾਲੀ ਹੈ, ਉਦੋਂ ਸੰਗਤ ਜਿਹੜੀ ਹੈ ਉਹ ਅੰਮ੍ਰਿਤਸਰ ਇਕੱਠੀ ਹੋ ਜਾਂਦੀ ਹੁੰਦੀ ਸੀ। ਔਰ ਸੋ ਇਹ ਜਿਹੜੇ ਹੁਕਮ ਨੇ ਇਹ ਨੰਦੇੜ ਸਾਹਿਬ ਗੁਰਦੁਆਰੇ ਦੇ ਵਿੱਚ, ਪਟਨਾ ਸਾਹਿਬ ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਕਈ ਗੁਰੂ ਘਰਾਂ ਦੇ ਵਿੱਚ ਜਿਸ ਤਰ੍ਹਾਂ ਪਿਪਲੀ ਸਾਹਿਬ ਗੁਰਦੁਆਰਾ ਹੈ ਉੱਥੇ ਵੀ ਲਿਖੇ ਹੋਏ ਨੇ, ਕਿਉਂਕਿ ਜਿਹੜੀ ਅਫਗਾਨਿਸਤਾਨ ਦੀ ਸੰਗਤ ਹੈ ਉਹ ਮੰਨਿਆ ਜਾਂਦਾ ਵੀ ਉੱਥੇ ਆ ਕੇ ਤੇ ਉਹ ਠਹਿਰਦੇ ਸਨ ਔਰ ਉੱਥੋਂ ਫਿਰ ਅੱਗੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸੀਗੇ। ਔਰ ਇਸੇ ਤਰ੍ਹਾਂ ਇਹ ਕਾਬਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕਈ ਜਿਹੜੇ ਗੁਰੂ ਘਰ ਨੇ ਉੱਥੇ ਵੀ ਇਹ ਉਹਨਾਂ ਨੇ ਇਨਸਕ੍ਰਾਈਬ ਕੀਤੇ ਹੋਏ ਨੇ। ਸੋ ਆਪਾਂ ਦੇਖਦੇ ਹਾਂ ਕਿ ਵੀ ਅੱਜ ਆਪਾਂ ਵੈਰੀ ਕੁਇਕਲੀ ਅਗਲੇ ਕੁਝ ਮਿੰਟਾਂ ਦੇ ਵਿੱਚ ਬਹੁਤਾ ਟਾਈਮ ਲਿੱਤੇ ਬਗੈਰ ਆਪਾਂ ਕਿੰਨੇ ਜਿਹੜੇ ਨੇ ਉਹਨਾਂ ਨੂੰ ਬਰੀਫਲੀ ਕਵਰ ਕਰ ਸਕਦੇ ਹਾਂ। ਬਾਕੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨੂੰ ਰੈਗੂਲਰਲੀ ਟੇਕ ਔਨ ਕਰਾਂਗੇ। ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਜਿਹੜਾ ਸਭ ਤੋਂ ਪਹਿਲਾ ਹੁਕਮ ਵੀ ਹੈ ਗੁਰੂ ਸਾਹਿਬ ਦਾ, ਉਹ ਹੈ ਕਿ ਧਰਮ ਦੀ ਕਿਰਤ ਕਰਨਾ। ਧਰਮ ਦੀ ਕਿਰਤ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਕਿਰਤ ਕਰੋ ਵੰਡ ਕੇ ਛਕੋ, ਔਰ ਇਸ ਦੇ ਵਿੱਚ 3 ਸੱਸੇ ਜਿਹੜੇ ਨੇ ਅਕਸਰ ਉਹਨਾਂ ਦਾ ਜ਼ਿਕਰ ਆਉਂਦਾ ਹੈ, ਸੇਵਾ, ਸੰਗਤ ਔਰ ਸਿਮਰਨ। ਔਰ ਜਿਹੜੀ ਕਿਰਤ ਕਰਨੀ ਹੈ, ਕਿਉਂਕਿ ਇਨਸਾਨ ਜਿਹੜਾ ਹੈ, ਇੱਕ ਸਿੱਖ ਜਿਹੜਾ ਹੈ, ਉਸ ਨੂੰ ਗੁਰੂ ਸਾਹਿਬ ਨੇ ਇੱਕ ਗ੍ਰਹਿਸਥ ਜੀਵਨ ਬਤੀਤ ਕਰਨ ਵਾਸਤੇ ਕਿਹਾ ਹੈ। ਇੱਕ ਗ੍ਰਹਿਸਥ ਜੀਵਨ ਬਤੀਤ ਕਰਨ ਵਾਸਤੇ ਇਨਸਾਨ ਨੂੰ ਆਪਣੀਆਂ ਜਿਹੜੀਆਂ ਉਸਦੀਆਂ ਜ਼ਰੂਰਤਾਂ ਨੇ, ਇੱਕ ਤਾਂ ਇਹ ਨਾ ਵੀ ਉਹ ਜੰਗਲਾਂ ਦੇ ਵਿੱਚ ਚਲਾ ਜਾਂਦਾ ਹੈ ਔਰ ਆਪਣੀ ਜ਼ਿੰਦਗੀ ਦਾ ਇੱਕ ਤਰੀਕਾ ਬਿਲਕੁਲ ਚੇਂਜ ਕਰ ਲੈਂਦਾ ਹੈ, ਜੋ ਉਹਨੂੰ ਲੱਭਦਾ ਉਹ ਖਾ ਲੈਂਦਾ, ਕੋਈ ਉਸਦੀ ਫੈਮਿਲੀ ਦੀ ਰਿਸਪੌਂਸਿਬਿਲਟੀ ਨਹੀਂ ਹੈ, ਕੋਈ ਹੋਰ ਨਹੀਂ ਹੈ। ਪਰ ਗੁਰੂ ਸਾਹਿਬ ਦਾ ਹੁਕਮ ਸਾਨੂੰ ਹੈ ਕਿ ਅਸੀਂ ਉਹ ਜੀਵਨ ਨਹੀਂ ਬਤੀਤ ਕਰਨਾ, ਅਸੀਂ ਇੱਕ ਗ੍ਰਹਿਸਥ ਵਾਲਾ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ ਹੈ। ਜਿਸ ਵੇਲੇ ਇਨਸਾਨ ਗ੍ਰਹਿਸਥ ਵਾਲਾ ਜੀਵਨ ਬਤੀਤ ਕਰਦਾ ਹੈ ਤਾਂ ਉਸ ਦੀਆਂ ਫਿਰ ਸਰੀਰਕ ਔਰ ਹੋਰ ਕਈ ਕਿਸਮ ਦੀਆਂ ਫਿਜ਼ੀਕਲ ਜਿਹੜੀਆਂ ਉਸ ਦੀਆਂ ਰਿਕੁਆਇਰਮੈਂਟਸ ਨੇ, ਉਸ ਦਾ ਪਰਿਵਾਰ ਹੈ, ਉਸਨੇ ਉਸਦੀ ਅਪਕੀਪ ਕਰਨੀ ਹੈ। ਪਰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਵੀ ਆਪਣੇ ਪਰਿਵਾਰ ਦਾ ਆਪਣਾ ਜਿਸ ਤਰ੍ਹਾਂ ਵੀ ਤੂੰ ਧਿਆਨ ਰੱਖਣਾ ਹੈ, ਅਪਕੀਪ ਕਰਨੀ ਹੈ, ਉਸ ਦੇ ਵਿੱਚ ਜਿਹੜੀ ਕਿਰਤ ਕਰਨੀ ਹੈ ਉਹ ਸੱਚ ਦੀ ਕਰਨੀ ਹੈ। ਸੋ ਸੱਚ ਤੋਂ ਮਤਲਬ ਇਹ ਹੈ ਕਿ ਉਸ ਦੇ ਵਿੱਚ ਕੂੜ, ਕਰਪਸ਼ਨ ਜਾਂ ਕਿਸੇ ਵੀ ਕਿਸਮ ਦੀ ਗਲਤ ਚੀਜ਼ ਜਿਹੜੀ ਹੈ ਟੂ ਅਰਨ ਯੋਰ ਲਿਵਿੰਗ ਲਾਈਵਲੀਹੁੱਡ ਨਹੀਂ ਆਉਣ ਦੇਣੀ। ਆਲੇ ਦੁਆਲੇ ਜੋ ਸਾਡੇ ਹੋ ਰਿਹਾ ਹੈ, ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ, ਉਸ ਦੇ ਵਿੱਚ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਇਨਸਾਨ ਨੂੰ ਦੇਖ ਕੇ ਕਿਸੇ ਹੋਰ ਨੂੰ ਵੀ ਇਹ ਤੇ ਇਦਾਂ ਕਰ ਰਿਹਾ ਤੇ ਇਹਨੂੰ ਤਾਂ ਕੋਈ ਪਨਿਸ਼ ਨਹੀਂ ਕਰ ਰਿਹਾ, ਠੀਕ ਹੈ, ਜਾਂ ਜੇ ਇਹ ਕਰ ਰਿਹਾ ਕੋਈ ਇਸ ਤਰ੍ਹਾਂ ਚੀਜ਼ ਮੇਰਾ ਗੁਆਂਢੀ ਕਰ ਰਿਹਾ, ਮੇਰਾ ਕੋਈ ਦੋਸਤ ਕਰ ਰਿਹਾ, ਕੋਈ ਹੋਰ ਰਿਸ਼ਤੇਦਾਰ ਕਰ ਰਿਹਾ, ਤੇ ਫਿਰ ਇਹਦਾ ਮਤਲਬ ਇਹ ਐਕਸੈਪਟੇਬਲ ਚੀਜ਼ ਹੈ, ਠੀਕ ਹੈ। ਅਕਸਰ ਸਾਡੇ ਮਨ 'ਚ ਆਉਂਦਾ ਵੀ ਇਹ ਬੰਦਾ ਜਿਹੜਾ ਸੋਸਾਇਟੀ 'ਚ ਬੜਾ ਰਿਸਪੈਕਟੇਬਲ ਹੈ, ਕੋਈ ਚੀਫ ਮਿਨਿਸਟਰ ਹੈ, ਕੋਈ ਮਿਨਿਸਟਰ ਹੈ, ਕੋਈ ਪ੍ਰਾਈਮ ਮਿਨਿਸਟਰ ਹੈ, ਅਗਰ ਇਹ ਇਹੋ ਜਿਹੀ ਚੀਜ਼ ਕਰ ਸਕਦਾ ਹੈ ਔਰ ਸੋਸਾਇਟੀ ਉਹਨੂੰ ਐਕਸੈਪਟ ਕਰ ਰਹੀ ਹੈ ਤੇ ਮੈਂ ਵੀ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਸਭ ਮਾਇਆ ਹੈ ਔਰ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਬਤੀਤ ਕਰਨੀ ਚਾਹੀਦੀ ਹੈ। ਕਿਰਤ ਜਿਹੜੀ ਹੈ, ਆਪਣੀ ਰੋਟੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਕਮਾਉਣੀ ਚਾਹੀਦੀ ਹੈ ਕਿ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਉਹ ਚੀਜ਼ਾਂ ਸਾਨੂੰ ਇਨਫਲੂਐਂਸ ਨਾ ਕਰਨ, ਸਾਡੇ ਮਾਈਂਡ ਨੂੰ, ਸਾਡੀ ਬਾਡੀ ਨੂੰ ਕਰਪਟ ਨਾ ਕਰਨ, ਤਾਂ ਕਿ ਅਸੀਂ ਕੋਈ ਵੀ ਗਲਤ ਕੰਮ ਨਾ ਕਰੀਏ। ਜੋ ਅਸੀਂ ਰੋਟੀ ਕਮਾਣੀ ਹੈ ਉਸ ਨੂੰ ਅਸੀਂ ਗਲਤ ਤਰੀਕੇ ਦੇ ਨਾਲ ਨਾ ਕਮਾਈਏ। ਔਰ ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ 12 ਮਾਹ ਦੇ ਜਿਹੜੇ ਬਾਣੀ ਹੈ ਅਸੀਂ ਹਰ ਮਹੀਨੇ ਪੜ੍ਹਦੇ ਹਾਂ, ਉਹ ਸ਼ੁਰੂ ਹੀ ਇੱਥੋਂ ਹੁੰਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਕਿ ਵੀ ਅਸੀਂ ਆਪਣੇ ਜਿਹੜੇ ਸਾਡੇ ਐਕਸ਼ਨਸ ਨੇ, ਜੋ ਸਾਡੇ ਕੰਮ ਨੇ, ਉਹਨਾਂ ਕਰਕੇ ਅਸੀਂ ਉਸ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਹੁਣ ਅਗਰ ਅੱਛੇ ਨੇ ਮੇਰੇ ਕੰਮ ਤੇ ਫਿਰ ਮੈਂ ਵਿਛੜਾਂਗਾ ਕਿਉਂ? ਗਲਤ ਨੇ ਤੇ ਤਾਂ ਹੀ ਮੈਂ ਡਿਸਟਰੈਕਟ ਹੋ ਕੇ ਹੋਰ ਪਾਸੇ ਤੁਰ ਪਿਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਵੀ ਜੋ ਅਸੀਂ ਕਿਰਤ ਕਰ ਰਹੇ ਹਾਂ, ਜੋ ਅਸੀਂ ਕੰਮ ਕਰ ਰਹੇ ਹਾਂ, ਰੋਟੀ ਕਮਾ ਰਹੇ ਹਾਂ ਜਾਂ ਜੋ ਐਫਰਟ ਕਰ ਰਹੇ ਹਾਂ ਟੂ ਅਰਨ ਆਵਰ ਲਿਵਿੰਗ, ਉਸ ਨੂੰ ਅਸੀਂ ਪ੍ਰੋਪਰਲੀ ਕਰੀਏ ਔਰ ਉਸ ਦੇ ਵਿੱਚ ਇੱਕ ਅੱਛੇ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੀਏ
ਤਾਂ ਕਿ ਅਸੀਂ ਉਸ ਪਰਮਾਤਮਾ ਤੋਂ ਵਿਛੜੀਏ ਨਾ। ਔਰ ਇਸ 'ਚ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਨੇ ਕਿ ਵੀ ਸਾਨੂੰ ਦਸਵੰਧ ਕੱਢਣ ਦੀ ਜ਼ਰੂਰਤ ਹੈ। ਦਸਵੰਧ ਜਿਹੜਾ ਹੈ ਉਹ ਕਈ ਵੀ ਕਿਸਮ ਦਾ ਕੰਪਲੀਟ ਹੋ ਸਕਦਾ ਹੈ। ਅਸੀਂ ਅਕਸਰ ਇਹ ਸੋਚਦੇ ਹਾਂ ਕਿ ਵੀ ਜੋ ਅਸੀਂ ਕਿਰਤ ਕੀਤੀ ਹੈ ਉਸ ਦੇ ਵਿੱਚੋਂ ਜੋ ਅਸੀਂ ਡੋਨੇਸ਼ਨ ਦੇਣੀ ਹੈ ਉਹ ਸ਼ਾਇਦ ਸਿਰਫ ਪੈਸੇ ਦੀ ਹੈ, ਪਰ ਉਹ ਸਿਰਫ ਪੈਸੇ ਦੀ ਡੋਨੇਸ਼ਨ ਨਹੀਂ ਹੈ, ਲੰਗਰ ਦੇ ਵਿੱਚ ਦੀ ਨਹੀਂ ਹੈ, ਉਹ ਹਰ ਕਿਸਮ ਦੀ ਸੇਵਾ ਵੀ ਹੋ ਸਕਦੀ ਹੈ। ਜੋ ਅਸੀਂ ਸੇਵਾ ਕਰਦੇ ਹਾਂ ਕਿਸੇ ਦੀ ਅਸੀਂ ਮਦਦ ਕਰਦੇ ਹਾਂ, ਕਿਸੇ ਨੂੰ ਪੜ੍ਹਾਉਂਦੇ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਅਗਰ ਕਿਸੇ ਨੂੰ ਕੋਈ ਵੀ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲੀ, ਫਿਜ਼ੀਕਲੀ, ਸਪਿਰਿਚੁਅਲੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਇੱਕ ਸਾਡੀ ਸੇਵਾ ਹੈ, ਉਹ ਇੱਕ ਦਸਵੰਧ ਹੈ ਜੋ ਸਾਡੀ ਕੀਤੀ ਕਿਰਤ ਜਿਹੜੀ ਹੈ ਉਹ ਉਸ ਨੂੰ ਐਕਸੈਪਟੇਬਲ ਕਰਦਾ ਹੈ। ਸੋ ਇਹ ਇੱਕ ਵੈਰੀ ਬਰੀਫਲੀ ਆਈ ਟ੍ਰਾਈਡ ਟੂ ਰਸ਼ ਥਰੂ ਦਿਸ। ਪਹਿਲਾ ਹੁਕਮ ਜਿਹੜਾ ਗੁਰੂ ਸਾਹਿਬ ਦਾ ਹੈ ਕਿ ਵੀ ਸੱਚ ਦੀ ਕਿਰਤ ਕਰਨੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਕਿ ਬਾਣੀ ਨੂੰ ਕੰਠ ਕਰਨਾ। ਇਹ ਵੀ ਅਸੀਂ ਵਿਚਾਰ ਕੀਤਾ ਸੀਗਾ। ਔਰ ਬਾਣੀ ਕੰਠ ਕਰਨਾ ਜਿਹੜਾ ਹੈ ਉਸ ਦਾ ਇੱਕ ਅਕਸਰ ਅਸੀਂ ਕਾਮਨ ਸੁਣਦੇ ਹਾਂ ਕਿ ਵੀ ਬਾਣੀ ਕੰਠ ਤੇ ਪੈਸਾ ਗੰਠ, ਇੱਕ ਪੁਰਾਣੀ ਕੋਰਲਰੀ ਚੱਲਦੀ ਆ ਰਹੀ ਹੈ ਕਿ ਵੀ ਜੋ ਚੀਜ਼ ਤੁਹਾਨੂੰ ਯਾਦ ਹੈ, ਤੁਸੀਂ ਜਿੱਥੇ ਵੀ ਬੈਠੇ ਹੋ ਉਸ ਨੂੰ ਤੁਸੀਂ ਬਾਣੀ ਨੂੰ ਉਸ ਵੇਲੇ ਰਿਪੀਟ ਕਰ ਸਕਦੇ ਹੋ। ਹਿਸਟੋਰੀਕਲੀ ਇਹ ਐਕਚੁਅਲੀ ਮੰਨਿਆ ਜਾਂਦਾ ਹੈ ਕਿ ਪਹਿਲੇ ਬਾਣੀ ਜਿਹੜੀ ਹੈ ਕਿਸੇ ਵੀ ਕਿਸਮ ਦੀ, ਕੋਈ ਵੀ ਜਿਹੜੇ ਈਵਨ ਸਨਾਤਨ ਧਰਮ ਦੇ ਵਿੱਚ ਵੀ ਗ੍ਰੰਥ ਨੇ, ਉਹਨਾਂ ਨੂੰ ਕਦੀ ਲਿਖਿਆ ਨਹੀਂ ਸੀ ਗਿਆ, ਕਿਉਂਕਿ ਉਹਨਾਂ ਨੂੰ ਬਾਈ ਵਰਡ ਆਫ ਮਾਊਥ ਹੀ ਉਹ ਕੈਰੀ ਫਾਰਵਰਡ ਹੁੰਦੇ ਸੀਗੇ। ਉੱਥੇ ਉਸ ਵੇਲੇ ਲੋਕਾਂ ਦੇ ਜਿਹੜੀ ਡਿਸਟਰੈਕਸ਼ਨ ਹੈ ਉਹ ਇੰਨੀ ਘੱਟ ਹੁੰਦੀ ਸੀ ਕਿ ਉਹ ਇੱਕ ਵਾਰੀ ਜੋ ਚੀਜ਼ ਪੜ੍ਹਦੇ ਸੀਗੇ ਉਹਨਾਂ ਨੂੰ ਯਾਦ ਰਹਿੰਦੀ ਸੀ, ਉਹ ਫਿਰ ਅੱਗੇ ਕੰਟੀਨਿਊ ਕਰਦੇ ਸੀਗੇ। ਲੇਕਿਨ ਕਈ ਜਿਹੜੇ ਅਸੀਂ ਜਿਸ ਵੇਲੇ ਹਿੰਦੂ ਜਿਹੜੀ ਸਨਾਤਨ ਧਰਮ ਦੀ ਹਿਸਟਰੀ ਹੈ ਉਹ ਵੀ ਦੇਖਦੇ ਹਾਂ ਨਾ, ਤਾਂ ਉਸ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਕਿ ਕਈ ਉਹਨਾਂ ਦੇ ਐਸੇ ਮਹਾਨ ਸੀਗੇ ਬੰਦੇ ਜਿਨ੍ਹਾਂ ਨੇ ਕਿ ਇਹ ਗੱਲ ਦੇਖੀ, ਰਿਸ਼ੀ ਸਨ, ਕਿ ਵੀ ਇਹ ਹੁਣ ਹੌਲੀ ਹੌਲੀ ਜਿਉਂ-ਜਿਉਂ ਆਲੇ ਦੁਆਲੇ ਮਾਇਆ ਹੈ, ਹੋਰ ਡਿਸਟਰੈਕਸ਼ਨਸ ਨੇ, ਬੰਦੇ ਦਾ ਧਿਆਨ ਹੋਰ ਪਾਸੇ ਜਾ ਰਿਹਾ ਹੈ ਤੇ ਉਹਦੀ ਅਬਿਲਿਟੀ ਟੂ ਰਿਮੈਂਬਰ ਐਂਡ ਰਿਪੀਟ ਥਿੰਗਸ ਉਹ ਘਟਦੀ ਜਾ ਰਹੀ ਹੈ। ਸੋ ਤਾਂ ਉਹਨਾਂ ਨੇ ਜਿਹੜੀ ਗ੍ਰੰਥ ਸੀਗੇ, ਡਿਫਰੈਂਟ ਵੇਦ ਜਿਹੜੇ ਹੈਗੇ ਨੇ ਜਾਂ ਹੋਰ ਉਪਨਿਸ਼ਦਸ ਨੇ ਜਾਂ ਹੋਰ ਚੀਜ਼ਾਂ ਨੇ, ਉਹਨਾਂ ਨੂੰ ਲਿਖਣਾ ਸ਼ੁਰੂ ਕੀਤਾ। ਔਰ ਗੁਰੂ ਸਾਹਿਬ ਨੇ ਵੀ ਜਿਹੜੇ ਜਿੰਨੀ ਬਾਣੀ ਹੈ ਉਸ ਨੂੰ ਕੰਪਾਈਲ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਨਸਾਨ ਜਿਹੜਾ ਹੈ ਉਸ ਦੀ ਐਬਿਲਿਟੀ ਟੂ ਲਰਨ ਐਂਡ ਰਿਪੀਟ ਸਮਥਿੰਗ ਫਰੋਮ ਮੈਮਰੀ ਇਜ਼ ਵੈਰੀ ਵੀਕ। ਬਟ ਫਿਰ ਵੀ ਗੁਰੂ ਸਾਹਿਬ ਇਹ ਹੁਕਮ ਕਰਦੇ ਨੇ ਕਿ ਵੀ ਬਾਣੀ ਜਿਹੜੀ ਹੈ ਉਸਨੂੰ ਕੰਠ ਕਰਨਾ ਜ਼ਰੂਰੀ ਹੈ। ਅੱਜ ਤੇ ਚਲੋ ਹੁਣ ਸਾਡੇ ਪਾਸ ਸਮਾਰਟਫੋਨਸ ਹੈਗੇ ਨੇ, ਪਰ ਪਹਿਲੇ ਟਾਈਮਾਂ ਦੇ ਵਿੱਚ ਇਹ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਹੁਤ ਥੋੜੀਆਂ ਹੁੰਦੀਆਂ ਸਨ। ਜ਼ਿਆਦਾਤਰ ਟਾਈਮ ਸਿੱਖ ਜਿਹੜੇ ਸਨ ਦੇ ਯੂਜ਼ਡ ਟੂ ਬੀ ਐਟ ਵਾਰ, ਔਰ ਨਾਲ ਕੈਰੀ ਕਰਨਾ ਗੁਟਕੇ ਜਾਂ ਗੁਰੂ ਗ੍ਰੰਥ ਸਾਹਿਬ ਬਹੁਤ ਮੁਸ਼ਕਲ ਹੁੰਦਾ ਸੀਗਾ। ਪਰ ਹੁਣ ਵੀ ਤੁਸੀਂ ਅਗਰ ਦੇਖੋ, ਅਗਰ ਤੁਹਾਨੂੰ ਬਾਣੀ ਕੰਠ ਹੈ, ਤੁਸੀਂ ਕਿਤੇ ਟਰੈਵਲ ਕਰ ਰਹੇ ਹੋ, ਯੂ ਡੋਨਟ ਹੈਵ ਟੂ ਪੁੱਲ ਯੋਰ ਫੋਨ ਆਊਟ। ਅਗਰ ਹੈਗਾ ਤੇ ਫੇਅਰ ਇਨਫ, ਬਟ ਅਗਰ ਨਹੀਂ ਹੈਗਾ ਤੇ ਯੂ ਡੋਨਟ ਹੈਵ ਟੂ ਡੂ ਇਟ। ਅਗਰ ਤੁਹਾਨੂੰ ਆਪਣੇ ਨਿਤਨੇਮ ਦੀ ਬਾਣੀ ਕੰਠ ਹੈ, ਤੁਸੀਂ ਜਿੱਥੇ ਵੀ ਬੈਠੇ ਹੋ ਤੁਸੀਂ ਬਾਣੀ ਜਿਹੜੀ ਆ ਉਸ ਨੂੰ ਉੱਥੇ ਬੈਠ ਕੇ ਪੜ੍ਹ ਸਕਦੇ ਹੋ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਵੀ ਕੰਠੇ ਮਾਲਾ ਜੇਵਾ ਰਾਮ। ਇਹ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਵੀ ਹਰ ਵੇਲੇ ਉਸ ਪਰਮਾਤਮਾ ਨੂੰ ਤੂੰ ਆਪਣੇ ਨਾਲ ਪਾ, ਆਪਣੇ ਨਾਲ ਸਮਝ, ਉਸ ਦੇ ਹੁਕਮ ਦੇ ਵਿੱਚ ਤੂੰ ਚੱਲ। ਜਿਹੜੀ ਮਾਲਾ ਹੈ ਉਸ ਨੂੰ ਐਜ਼ ਅ ਰੋਜ਼ਰੀ ਅਕਸਰ ਲੋਕੀ ਜਿਹੜੇ ਨੇ ਉਹ ਸਮਝਦੇ ਨੇ ਵੀ ਇਸ ਨੂੰ ਮੈਂ ਮਾਲਾ ਨੂੰ ਜਪਣਾ ਹੈ ਤਾਂ ਕਿ ਮੈਨੂੰ ਚੇਤੇ ਰਵੇ ਮੈਂ ਕਿੰਨੇ ਪਾਠ ਕੀਤੇ ਨੇ। ਮਾਲਾ ਦਾ ਕਨਸੈਪਟ ਬੜਾ ਡਿਫਰੈਂਟ ਹੈ। ਮਾਲਾ ਦਾ ਕਨਸੈਪਟ ਇੱਕ ਕਨਸਟੈਂਟ ਰਿਮਾਈਂਡਰ ਦਾ ਹੈ ਕਿ ਵੀ ਇਨਸਾਨ ਜਿਹੜਾ ਹੈ ਉਸ ਨੂੰ ਹਮੇਸ਼ਾ ਯਾਦ ਰਵੇ ਕਿ ਵੀ ਉਹ ਉਸ ਪਰਮਾਤਮਾ ਦਾ ਸੇਵਕ ਹੈ। ਔਰ ਭਗਤ ਕਬੀਰ ਜੀ ਉਸ ਨੂੰ ਉਸ ਪਾਸਿਓਂ ਲੈਂਦੇ ਨੇ। ਸੋ ਕਹਿੰਦੇ ਨੇ ਵੀ ਉਸ ਪਰਮਾਤਮਾ ਦੀ ਜਿਹੜੀ ਸਲੇਵਰੀ ਹੈ ਉਸ ਨੂੰ ਆਪਣੇ ਗਲੇ ਵਿੱਚ ਹਮੇਸ਼ਾ ਸਮਝ, ਔਰ ਉਸ ਦਾ ਜਿਹੜਾ ਨਾਂ ਹੈ ਉਸ ਨੂੰ ਆਪਣੀ ਜੀਭ ਦੇ ਉੱਤੇ ਰੱਖ। ਸੋ ਬਾਣੀ ਕੰਠ ਕਰਨੀ ਬਹੁਤ ਜ਼ਰੂਰੀ ਹੈ। ਔਰ ਉਸ ਦੇ ਨਾਲ ਇਹ ਹੈ ਕਿ ਵੀ ਇਨਸਾਨ ਜਿਹੜਾ ਹੈ ਉਸ ਦੇ ਨਾਲ ਬਾਣੀ ਦਾ ਔਰ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਹਮੇਸ਼ਾ ਜੁੜਿਆ ਰਹਿੰਦਾ ਹੈ। ਸੋ ਆਪਾਂ ਮੇਰੇ ਖਿਆਲ ਨਾਲ ਇਹਨੂੰ ਇੱਥੇ ਪੌਜ਼ ਕਰ ਲੈਂਦੇ ਹਾਂ। ਅੱਗੇ ਫਿਰ ਆਪਣੇ ਹੋਰ ਜਿਹੜੇ ਹੈਗੇ ਨੇ ਉਹਨਾਂ ਨੂੰ ਬਰੀਫਲੀ ਆਪਾਂ ਫਿਰ ਅਗਲੀ ਵਾਰੀ ਡਿਸਕਸ ਕਰਾਂਗੇ। ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜਾ ਇਹ ਹੈ ਇਸ ਨੂੰ ਆਪਾਂ ਹੋਰ ਇੱਕ ਰੈਗੂਲਰ ਰੂਟੀਨ ਦੇ ਵਿੱਚ
ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਨੂੰ ਕੰਪਲੀਟ ਕਰੀਏ। ਵਿੱਚੇ ਹੋਰ ਕਈ ਗੁਰਪੁਰਬ ਆ ਜਾਂਦੇ ਨੇ, ਕਵੀ ਦਰਬਾਰ ਆ ਜਾਂਦੇ ਨੇ, ਹੋਰ ਕਈ ਓਕੇਜ਼ਨਸ ਹੁੰਦੇ ਨੇ ਜਿਸ ਕਰਕੇ ਕਿ ਉਹ ਜਿਹੜੀ ਹੈ ਪ੍ਰੋਸੈਸ ਇੰਟਰਪਟ ਹੋ ਜਾਂਦੀ ਹੈ। ਸੋ ਆਪਾਂ ਇਹਨੂੰ ਕੁਇਕਲੀ ਇੱਕ ਵਾਰੀ ਰੀਕੈਪ ਕਰਕੇ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ 52 ਹੁਕਮ ਜਿਹੜੇ ਨੇ ਇਹਨਾਂ ਨੂੰ ਟਾਈਮ ਸਿਰ ਕੰਪਲੀਟ ਕਰੀਏ ਤਾਂ ਕਿ ਸਾਨੂੰ ਪਤਾ ਹੋਵੇ ਵੀ ਗੁਰੂ ਸਾਹਿਬ ਸਾਨੂੰ ਕੀ ਹੁਕਮ ਕਰ ਰਹੇ ਨੇ। ਤੇ ਅੱਜ ਮੈਂ ਇੱਥੇ ਫਿਰ ਸਟਾਪ ਕਰ ਲੈਂਦੇ ਆ, ਬਹੁਤਾ ਆਪਾਂ ਟਾਈਮ ਨਹੀਂ ਲੈਂਦੇ।